ਦੁਨੀਆ ਦੇ ਅਜੀਬੋ-ਗਰੀਬ ਅਤੇ ਅਣਸੁਲਝੇ ਰਹੱਸ। ਜੀ ਹਾਂ ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆ ਦੇ ਕੁਝ ਅਜੀਬੋ-ਗਰੀਬ ਤੇ ਅਣਸੁਲਝੇ ਰਹੱਸਾਂ ਬਾਰੇ, ਜਿਨ੍ਹਾਂ ਬਾਰੇ ਤੁਸੀਂ ਨਿਊਜ਼ ਚੈਨਲ ਉੱਤੇ ਨਹੀਂ ਸੁਣਿਆ ਹੋਵੇਗਾ। ਸੋ ਦੋਸਤੋ, ਬਣੇ ਰਹੋ ਵੀਡੀਓ ਨਾਲ ਦੁਨੀਆ ਦੇ ਉਹਨਾਂ ਕੇਸਾਂ ਅਤੇ ਰਹੱਸਾਂ ਬਾਰੇ ਜਾਣਨ ਲਈ ਜਿਨ੍ਹਾਂ ਨੂੰ ਅੱਜ ਤੱਕ ਹੱਲ ਨਹੀਂ ਕੀਤਾ ਜਾ ਸਕਿਆ। ਦੋਸਤੋ, ਸਵਾਗਤ ਹੈ ਸਾਡੇ YouTube ਚੈਨਲ ਯੂਨੀਵਰਸਲ ਫੈਕਟਸ ਇਨ ਪੰਜਾਬੀ 'ਤੇ। ਜੇਕਰ ਤੁਸੀਂ ਇਸ ਅਜੀਬੋ-ਗਰੀਬ ਦੁਨੀਆ ਦੇ ਅਜੀਬੋ-ਗਰੀਬ ਤੱਥਾਂ ਅਤੇ ਰਹੱਸਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰਾਂ ਨਾਲ ਵੀ ਸ਼ੇਅਰ ਕਰੋ। ਸੋ ਦੋਸਤੋ, ਵਧਦੇ ਹਾਂ ਵੀਡੀਓ ਵੱਲ ਅਤੇ ਸਾਂਝੇ ਕਰਦੇ ਹਾਂ ਤੁਹਾਡੇ ਨਾਲ ਇਸ ਦੁਨੀਆ ਦੇ ਅਜੀਬੋ-ਗਰੀਬ ਤੇ ਅਣਸੁਲਝੇ ਰਹੱਸ। ਨੰਬਰ 1, ਦਿਆਤਲਾਵ ਦਰੇ 'ਤੇ ਵਾਪਰੀ ਘਟਨਾ। ਫਰਵਰੀ 1959 ਦੀ ਪਹਿਲੀ ਰਾਤ ਨੂੰ 9 ਪਰਬਤ-ਰੋਹੀਆਂ ਦੀ ਰਹੱਸਮਈ ਢੰਗ ਨਾਲ ਰਸ਼ੀਆ ਦੀਆਂ ਪਹਾੜੀਆਂ ਵਿੱਚ ਮੌਤ ਪਹਾੜ 'ਤੇ ਚੜ੍ਹਦੇ ਸਮੇਂ ਹੋ ਗਈ ਸੀ। ਘਟਨਾ ਦੀ ਰਾਤ ਨੂੰ ਉਸ ਗਰੁੱਪ ਨੇ ਪਹਾੜ ਦੀ ਢਲਾਣ ਉੱਤੇ ਹੀ ਆਪਣਾ ਕੈਂਪ ਸੈੱਟ ਕੀਤਾ ਸੀ ਤੇ ਰਾਤ ਦਾ ਖਾਣਾ ਖਾ ਕੇ ਇਸ ਤੋਂ ਬਾਅਦ ਉਹ ਸੌਣ ਲਈ ਚਲੇ ਗਏ। ਪਰ ਉਸੇ ਰਾਤ ਇੱਕ ਅਜਿਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਉਸ ਗਰੁੱਪ ਵਿੱਚੋਂ ਕੋਈ ਵੀ ਵਾਪਸ ਨਹੀਂ ਪਰਤਿਆ। 26 ਫਰਵਰੀ ਨੂੰ ਖੋਜੀ ਅਤੇ ਬਚਾਅ ਦਲ ਨੂੰ ਇਸ ਗਰੁੱਪ ਦਾ ਤਬਾਹ ਹੋਇਆ ਟੈਂਟ ਮਿਲਿਆ, ਜਿਸ ਨੂੰ ਕਿ ਅੰਦਰੋਂ ਪਾੜਿਆ ਗਿਆ ਸੀ। ਖੋਜੀ ਅਤੇ ਬਚਾਅ ਦਲ ਨੂੰ ਆਸ-ਪਾਸ ਪੈਰਾਂ ਦੇ ਨਿਸ਼ਾਨ ਦਿਖਾਈ ਦਿੱਤੇ, ਜਿਨ੍ਹਾਂ ਵਿੱਚੋਂ ਕਿਸੇ ਨੇ ਸਿਰਫ ਜਰਾਬਾਂ ਪਹਿਨੀਆਂ ਸਨ, ਕੁਝ ਨੇ ਪੈਰਾਂ ਵਿੱਚ ਇੱਕ ਬੂਟ ਅਤੇ ਕੁਝ ਤਾਂ ਨੰਗੇ ਪੈਰੀ ਹੀ ਸਨ। ਦਲ ਨੂੰ ਪਹਿਲੀਆਂ ਜਿਹੜੀਆਂ 2 ਲਾਸ਼ਾਂ ਮਿਲੀਆਂ, ਉਹਨਾਂ ਨੇ ਸਿਰਫ ਅੰਡਰਵੀਅਰ ਪਹਿਨੇ ਸਨ ਅਤੇ ਨਾ ਹੀ ਬੂਟ ਪਹਿਨੇ ਸਨ। ਬਾਕੀ 7 ਲਾਸ਼ਾਂ ਉਹਨਾਂ ਨੂੰ ਕੁਝ ਮਹੀਨੇ ਬਾਅਦ ਥੋੜ੍ਹੀ ਦੂਰ ਮਿਲੀਆਂ। ਪਹਿਲੀ ਲਾਸ਼ ਦੀ ਹਾਲਤ ਅਜਿਹੀ ਸੀ ਜਿਵੇਂ ਬਹੁਤ ਬੁਰੇ ਤਰੀਕੇ ਨਾਲ ਮਾਰ ਕੁਟਾਈ ਕੀਤੀ ਗਈ ਹੋਵੇ। ਦੂਸਰੀ ਬੋਡੀ ਉੱਪਰ ਬਹੁਤ ਬੁਰੇ ਤਰੀਕੇ ਨਾਲ ਜਲਾਏ ਜਾਣ ਦੇ ਨਿਸ਼ਾਨ ਸਨ। ਤੀਸਰੀ ਬੋਡੀ ਦੁਆਰਾ ਖੂਨ ਦੀ ਉਲਟੀ ਕੀਤੀ ਹੋਈ ਸੀ ਅਤੇ ਇੱਕ ਬੋਡੀ ਦੀ ਜ਼ੁਬਾਨ ਗਾਇਬ ਸੀ। ਉਹਨਾਂ ਪਰਬਤ-ਰੋਹੀਆਂ ਦੇ ਕੁਝ ਕੱਪੜੇ ਵੀ ਮਿਲੇ ਜੋ ਕਿ ਰੇਡੀਓ ਐਕਟਿਵ ਪਾਏ ਗਏ। ਇਸ ਘਟਨਾ ਬਾਰੇ ਕਈ ਚੀਜ਼ਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਰਸ਼ੀਆ ਦੀ ਜਾਸੂਸੀ ਏਜੰਸੀ KGB ਦੁਆਰਾ। ਇਹਨਾਂ ਵਿੱਚੋਂ ਇਹ ਕਾਰਨ ਇਸ ਘਟਨਾ ਦੇ ਜ਼ਿੰਮੇਵਾਰ ਹੋ ਸਕਦੇ ਹਨ, ਜਾਂ ਡਰੱਗ ਦੀ ਓਵਰਡੋਜ਼, UFO ਅਟੈਕ, ਜਾਂ ਇਹ ਰਸ਼ੀਆ ਵਿੱਚ ਮੌਜੂਦ ਬਰਫ਼ ਦਾ ਦਾਨਵ। ਪਰ ਅੱਜ ਤੱਕ ਇਸ ਘਟਨਾ ਦੀ ਸੱਚਾਈ ਕਿਸੇ ਨੂੰ ਨਹੀਂ ਪਤਾ। ਅੱਜ ਵੀ ਇਹ ਇੱਕ ਰਹੱਸ ਬਣਿਆ ਹੋਇਆ ਹੈ। ਨੰਬਰ 2, ਭੂਤੀਆ ਸਮੁੰਦਰੀ ਜਹਾਜ਼ ਦਾ ਮੈਰੀ ਸੈਲਸਿਟੀ। 4 ਦਸੰਬਰ 1872 ਨੂੰ ਬ੍ਰਿਟਿਸ਼ ਅਮਰੀਕਨ ਸਮੁੰਦਰੀ ਜਹਾਜ਼, ਜਿਸ ਦਾ ਨਾਮ ਦਾ ਮੈਰੀ ਸੈਲਸਿਟੀ ਸੀ, ਬਿਨਾਂ ਕਿਸੇ ਕਰੂ ਮੈਂਬਰ ਦੇ ਬਿਲਕੁਲ ਸੁੰਨਸਾਨ ਅਟਲਾਂਟਿਕ ਮਹਾਸਾਗਰ ਵਿੱਚ ਤੈਰਦਾ ਹੋਇਆ ਮਿਲਿਆ। ਇਸ ਜਹਾਜ਼ ਵਿੱਚ ਕਾਫੀ ਸਮੁੰਦਰੀ ਪਾਣੀ ਭਰਿਆ ਹੋਇਆ ਸੀ, ਪਰ ਹੈਰਾਨੀ ਦੀ ਗੱਲ ਇਹ ਸੀ ਇਸ ਦਾ ਕਾਰਗੋ ਪੂਰੀ ਤਰ੍ਹਾਂ ਸੁਰੱਖਿਅਤ ਸੀ, ਸਿਵਾਏ ਇਸ ਦੀ ਲਾਈਫ ਬੋਟ ਦੇ, ਜੋ ਕਿ ਇਸ ਵਿੱਚੋਂ ਗਾਇਬ ਸੀ। ਇਸ ਘਟਨਾ ਦੀ ਸੱਚਾਈ ਬਾਰੇ ਅੱਜ ਤੱਕ ਪਤਾ ਨਹੀਂ ਲੱਗ ਸਕਿਆ, ਕਿਉਂਕਿ ਅੱਜ ਤੱਕ ਇਸ ਦਾ ਕੋਈ ਵੀ ਕਰੂ ਮੈਂਬਰ ਸਾਹਮਣੇ ਨਹੀਂ ਆਇਆ। ਨਵੰਬਰ 1872 ਨੂੰ ਇਹ ਜਹਾਜ਼ ਨਿਊਯਾਰਕ ਤੋਂ ਇਟਲੀ ਲਈ ਰਵਾਨਾ ਹੋਇਆ ਸੀ। ਇਸ ਵਿੱਚ ਜਹਾਜ਼ ਦੇ ਕੈਪਟਨ ਬੈਂਜਾਮਿਨ ਬ੍ਰਿਗਸ ਆਪਣੀ ਪਤਨੀ ਤੇ 2 ਸਾਲ ਦੀ ਬੱਚੀ ਸਮੇਤ 7 ਕਰੂ ਮੈਂਬਰਸ ਨਾਲ ਮੌਜੂਦ ਸਨ। ਇਸ ਜਹਾਜ਼ ਵਿੱਚ 6 ਮਹੀਨੇ ਦਾ ਰਾਸ਼ਨ ਵੀ ਮੌਜੂਦ ਸੀ। ਸ਼ਿਪ ਦੀ ਲੌਗ ਬੁੱਕ ਵਿੱਚ ਦਰਜ ਆਖਰੀ ਐਂਟਰੀ ਤੋਂ ਇਹ ਪਤਾ ਲੱਗਿਆ ਕਿ ਸ਼ਿਪ ਵਿੱਚ ਸਭ ਕੁਝ ਠੀਕ-ਠਾਕ ਸੀ ਤੇ ਕੋਈ ਵੀ ਅਜੀਬ ਘਟਨਾ ਨਹੀਂ ਵਾਪਰੀ ਸੀ। ਕਈ ਸਾਲਾਂ ਬਾਅਦ ਵੀ ਇਸ ਘਟਨਾ ਲਈ ਸਮੁੰਦਰੀ ਲੁਟੇਰਿਆਂ ਜਾਂ ਫਿਰ ਸਮੁੰਦਰ ਦੇ ਕਿਸੇ ਵਿਸ਼ਾਲ ਜੀਵ ਦੇ ਹਮਲੇ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਂਦਾ ਰਿਹਾ। ਪਰ ਕੁਝ ਸਾਲ ਪਹਿਲਾਂ ਵਿਗਿਆਨੀਆਂ ਦੁਆਰਾ ਇਸ ਗੱਲ ਨੂੰ ਆਧਾਰ ਬਣਾਇਆ ਗਿਆ ਕਿ ਸ਼ਿਪ ਵਿੱਚ ਮੌਜੂਦ ਅਲਕੋਹਲ ਦੇ ਇੱਕ ਖਾਸ ਤਰ੍ਹਾਂ ਦੇ ਕੈਮੀਕਲ ਨਾਲ ਮਿਲਣ ਕਰਕੇ ਹੋਏ ਧਮਾਕੇ ਕਾਰਨ ਅੱਗ ਲੱਗ ਗਈ ਹੋਵੇਗੀ, ਜੋ ਕਿ ਪਿੱਛੇ ਜਲਣ ਦੇ ਨਿਸ਼ਾਨ ਨਹੀਂ ਛੱਡਦੀ। ਤੇ ਇਸ ਘਟਨਾ ਤੋਂ ਬਾਅਦ ਕੈਪਟਨ ਆਪਣੇ ਪਰਿਵਾਰ ਤੇ ਕਰੂ ਸਮੇਤ ਲਾਈਫ ਬੋਟ ਰਾਹੀਂ ਸ਼ਿਪ ਨੂੰ ਛੱਡ ਗਏ ਹੋਣ, ਪਰ ਇਹ ਵਿਗਿਆਨੀਆਂ ਦਾ ਇੱਕ ਅੰਦਾਜ਼ਾ ਹੈ, ਨਾ ਕਿ ਪੂਰਾ ਸੱਚ। ਨੰਬਰ 3, ਅਗਲਾ ਅਣਸੁਲਝਿਆ ਰਹੱਸ ਹੈ ਗਾਇਬ ਹੋਏ ਸੋਲਡਰ ਬੱਚਿਆਂ ਬਾਰੇ। ਵੈਸਟ ਵਰਜੀਨੀਆ ਦੇ ਜਾਰਜ ਅਤੇ ਜੈਨੀ ਸੋਲਡਰ ਨੂੰ ਨਾ ਸਿਰਫ ਆਪਣੇ ਬੱਚਿਆਂ ਦੇ ਨਾ ਸਹੇ ਜਾਣ ਵਾਲੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਬਲਕਿ ਉਸ ਨੁਕਸਾਨ ਨਾਲ ਰਹੱਸਮਈ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪਿਆ। ਸਾਲ 1945 ਦੀ ਕ੍ਰਿਸਮਸ ਤੋਂ ਪਹਿਲਾਂ ਦੀ ਰਾਤ ਸੋਲਡਰ ਪਰਿਵਾਰ ਦਾ ਘਰ ਪੂਰੀ ਤਰ੍ਹਾਂ ਅੱਗ ਨਾਲ ਸੜਨ ਤੋਂ ਬਾਅਦ ਉਹਨਾਂ ਦੇ 10 ਵਿੱਚੋਂ 5 ਬੱਚੇ ਤਾਂ ਬਿਲਕੁਲ ਸੁਰੱਖਿਅਤ ਸਨ, ਪਰ 5 ਬੱਚਿਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਿਆ। ਇਹ ਬਿਲਕੁਲ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਕਿ ਉਹ ਹਵਾ ਵਿੱਚ ਗਾਇਬ ਹੋ ਗਏ ਸਨ। ਇਹ ਇਸ ਲਈ ਕਿਹਾ ਗਿਆ ਕਿਉਂਕਿ ਸੜੇ ਹੋਏ ਘਰ ਵਿੱਚੋਂ
ਬਾਕੀ 5 ਬੱਚਿਆਂ ਦੇ ਕੋਈ ਅਵਸ਼ੇਸ਼ ਨਹੀਂ ਮਿਲੇ ਸਨ, ਜੋ ਕਿ ਵਿਗਿਆਨਿਕ ਪੱਖ ਤੋਂ ਬਿਲਕੁਲ ਵੀ ਸੰਭਵ ਨਹੀਂ ਸੀ। ਹਾਲਾਂਕਿ ਬਾਅਦ ਵਿੱਚ ਹੋਈ ਜਾਂਚ ਪੜਤਾਲ ਵਿੱਚ ਇਹ ਪਤਾ ਲੱਗਿਆ ਕਿ ਘਰ ਵਿੱਚ ਮੌਜੂਦ ਫੋਨ ਦੀਆਂ ਲਾਈਨਾਂ ਨੂੰ ਕਿਸੇ ਬਾਹਰੀ ਵੱਲੋਂ ਕੱਟਿਆ ਗਿਆ ਸੀ। ਇੱਕ ਔਰਤ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਘਰ ਨੂੰ ਅੱਗ ਲੱਗੀ ਹੋਈ ਸੀ ਤਾਂ ਉਸਨੇ ਗਾਇਬ ਹੋਏ 5 ਬੱਚਿਆਂ ਨੂੰ ਉੱਥੋਂ ਹੀ ਲੰਘ ਰਹੀ ਇੱਕ ਕਾਰ ਵਿੱਚ ਦੇਖਿਆ ਸੀ। ਚਾਰਲਸਟਨ ਹੋਟਲ ਵਿੱਚ ਮੌਜੂਦ ਇੱਕ ਔਰਤ ਨੇ ਵੀ ਦਾਅਵਾ ਕੀਤਾ ਕਿ ਉਸਨੇ ਗਾਇਬ ਹੋਏ ਬੱਚਿਆਂ ਨੂੰ 2 ਔਰਤਾਂ ਤੇ 2 ਮਰਦਾਂ ਨਾਲ ਦੇਖਿਆ, ਜੋ ਕਿ ਦੇਖਣ ਵਿੱਚ ਇਟਾਲੀਅਨ ਲੱਗ ਰਹੇ ਸਨ। ਸੋਡਰ ਪਰਿਵਾਰ ਨੂੰ ਇਹ ਸ਼ੱਕ ਸੀ ਕਿ ਉਹਨਾਂ ਦੇ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਸੀ, ਸ਼ਾਇਦ ਪੈਸੇ ਵਸੂਲਣ ਲਈ ਜਾਂ ਉਸ ਨੂੰ ਇਟਾਲੀਅਨ ਮਾਫੀਆ ਵਿੱਚ ਸ਼ਾਮਲ ਕਰਨ ਲਈ, ਜਾਂ ਸ਼ਾਇਦ ਉਸ ਦੁਆਰਾ ਮੁਸੋਲਿਨੀ ਅਤੇ ਇਟਲੀ ਦੀ ਫਾਸੀਵਾਦੀ ਸਰਕਾਰ ਦੀ ਆਲੋਚਨਾ ਕਰਨ ਕਰਕੇ। ਪਰ ਜੋ ਵੀ ਹੈ, ਸੋਡਰ ਪਰਿਵਾਰ ਨੂੰ ਅੰਤ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਹਨਾਂ ਦੇ 5 ਬੱਚਿਆਂ ਨਾਲ ਉਸ ਰਾਤ ਆਖਰ ਹੋਇਆ ਕੀ ਸੀ। ਨੰਬਰ 4, ਵਾਲਟਰ ਕੌਲਿੰਸ ਨਾਲ ਅਸਲ ਵਿੱਚ ਹੋਇਆ ਕੀ ਸੀ। ਸਾਲ 2008 ਵਿੱਚ ਆਈ ਹਾਲੀਵੁੱਡ ਫਿਲਮ ਚੈਲੰਜਿੰਗ ਨੇ 1928 ਵਿੱਚ ਵਾਪਰੀ ਇੱਕ ਸੱਚੀ ਅਤੇ ਅਜੀਬ ਘਟਨਾ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਸਾਲ 1928 ਵਿੱਚ ਕ੍ਰਿਸਟਿਨ ਕੌਲਿੰਸ ਨਾਂ ਦੀ ਇੱਕ ਸਿੰਗਲ ਮਦਰ ਨੇ ਆਪਣੇ 9 ਸਾਲ ਦੇ ਬੱਚੇ ਵਾਲਟਰ ਕੌਲਿੰਸ ਦੇ ਉਹਨਾਂ ਦੇ ਲਾਸ ਐਂਜਲਸ ਵਿੱਚ ਸਥਿਤ ਘਰ ਵਿੱਚੋਂ ਗਾਇਬ ਹੋਣ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ। 5 ਮਹੀਨੇ ਬਾਅਦ ਪੁਲਿਸ ਨੇ ਵਾਲਟਰ ਨੂੰ ਲੱਭ ਲਿਆ ਅਤੇ ਕ੍ਰਿਸਟਿਨ ਕੋਲ ਲੈ ਆਈ। ਪਰ ਇੱਥੇ ਇੱਕ ਅਜੀਬ ਘਟਨਾ ਵਾਪਰੀ। ਕ੍ਰਿਸਟਿਨ ਦਾ ਕਹਿਣਾ ਸੀ ਕਿ ਇਹ ਉਸਦਾ ਪੁੱਤਰ ਵਾਲਟਰ ਨਹੀਂ ਬਲਕਿ ਕੋਈ ਹੋਰ ਬੱਚਾ ਹੈ, ਪਰ ਪੁਲਿਸ ਉਸ ਵੱਲੋਂ ਇਸ ਗੱਲ ਉੱਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਅਤੇ ਉਸ ਬੱਚੇ ਨੂੰ ਕ੍ਰਿਸਟਿਨ ਨੂੰ ਸੌਂਪ ਦਿੱਤਾ ਗਿਆ। ਕ੍ਰਿਸਟਿਨ ਦੁਆਰਾ ਫਿਰ ਤੋਂ ਸ਼ਿਕਾਇਤ ਕਰਨ 'ਤੇ ਪੁਲਿਸ ਨੇ ਇਹ ਕਿਹਾ ਕਿ ਉਹ ਇੱਕ ਚੰਗੀ ਮਾਂ ਨਹੀਂ ਹੈ ਅਤੇ ਆਪਣੇ ਪੁੱਤਰ ਨੂੰ ਪ੍ਰਤਾੜਿਤ ਕਰਦੀ ਹੈ ਅਤੇ ਉਸਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਇਸ ਲਈ ਉਸਨੂੰ ਮੈਂਟਲ ਹਸਪਤਾਲ ਭੇਜ ਦਿੱਤਾ ਗਿਆ। ਪਰ ਇਸ ਦੌਰਾਨ ਅਸਲੀ ਵਾਲਟਰ ਕੌਲਿੰਸ ਨਾਲ ਕੀ ਹੋਇਆ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਸਕਿਆ। ਪਰ ਕਾਫੀ ਸਾਲਾਂ ਬਾਅਦ ਪੁਲਿਸ ਨੇ ਵੀ ਇਸ ਥਿਊਰੀ ਨੂੰ ਆਧਾਰ ਮੰਨਿਆ ਕਿ ਵਾਲਟਰ ਗੌਰਡਨ ਸਟੀਵਰਟ ਨਾਂ ਦੇ ਇੱਕ ਸੀਰੀਅਲ ਕਿਲਰ ਦਾ ਸ਼ਿਕਾਰ ਹੋਇਆ ਹੋ ਸਕਦਾ ਹੈ, ਜਿਹੜਾ ਕਿ ਸਿਰਫ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਪਰ ਇਹ ਅਜੇ ਤੱਕ ਸਾਹਮਣੇ ਨਹੀਂ ਆਇਆ ਕਿ ਅਸਲ ਸੱਚ ਕੀ ਸੀ। ਕੀ ਪੁਲਿਸ ਇੱਕ ਬੱਚੇ ਦੇ ਗਾਇਬ ਹੋਣ ਨੂੰ ਕਿਉਂ ਦਬਾਉਣਾ ਚਾਹੁੰਦੀ ਸੀ? ਕਿਉਂ ਪੁਲਿਸ ਨੇ ਇੱਕ ਬੱਚੇ ਨੂੰ ਕ੍ਰਿਸਟਿਨ ਦੇ ਹਵਾਲੇ ਕੀਤਾ ਅਤੇ ਉਸ 'ਤੇ ਦਬਾਅ ਬਣਾਇਆ ਕਿ ਉਹ ਜ਼ਿੰਦਗੀ ਭਰ ਉਸ ਬੱਚੇ ਨੂੰ ਆਪਣਾ ਪੁੱਤਰ ਮੰਨੇ? ਦੋਸਤੋ, ਇਹ ਘਟਨਾ ਆਪਣੇ ਪਿੱਛੇ ਅਜਿਹੇ ਹੀ ਕਈ ਸਵਾਲ ਛੱਡ ਗਈ, ਜਿਨ੍ਹਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਮਿਲਿਆ। ਨੰਬਰ 5, ਕੁੱਤਿਆਂ ਦਾ ਸੁਸਾਈਡ ਪੁਆਇੰਟ। ਦੋਸਤੋ, ਤੁਸੀਂ ਕਦੇ ਨਾ ਕਦੇ ਸੁਸਾਈਡ ਪੁਆਇੰਟ ਬਾਰੇ ਜ਼ਰੂਰ ਸੁਣਿਆ ਹੋਵੇਗਾ। ਜਿਸ ਜਗ੍ਹਾ 'ਤੇ ਇਨਸਾਨ ਆਤਮ ਹੱਤਿਆ ਕਰਨ ਲਈ ਆਉਂਦੇ ਹਨ, ਉਸ ਨੂੰ ਸੁਸਾਈਡ ਪੁਆਇੰਟ ਕਿਹਾ ਜਾਂਦਾ ਹੈ। ਪਰ ਕੀ ਕਦੀ ਤੁਸੀਂ ਕੁੱਤਿਆਂ ਦੇ ਸੁਸਾਈਡ ਪੁਆਇੰਟ ਬਾਰੇ ਸੁਣਿਆ ਹੈ? ਜੀ ਹਾਂ, ਸਕਾਟਲੈਂਡ ਵਿੱਚ ਇੱਕ ਓਵਰਟਾਊਨ ਬ੍ਰਿਜ ਨਾਂ ਦਾ ਪੁਲ ਹੈ, ਜਿਸ ਨੂੰ ਕਿ ਕੁੱਤਿਆਂ ਦਾ ਸੁਸਾਈਡ ਪੁਆਇੰਟ ਵੀ ਕਿਹਾ ਜਾਂਦਾ ਹੈ। ਇਹ ਅਜੇ ਤੱਕ ਅਣਸੁਲਝਿਆ ਰਹੱਸ ਹੈ ਕਿ ਕੁੱਤੇ ਇੱਥੇ ਆ ਕੇ ਆਪਣੀ ਜ਼ਿੰਦਗੀ ਕਿਉਂ ਖਤਮ ਕਰਦੇ ਹਨ। 1960 ਤੋਂ ਲੈ ਕੇ ਹੁਣ ਤੱਕ ਲਗਭਗ 80 ਦੇ ਕਰੀਬ ਕੁੱਤੇ ਇਸ ਜਗ੍ਹਾ 'ਤੇ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਸੈਂਕੜਿਆਂ ਹੋਰ ਇਸ ਜਗ੍ਹਾ ਤੋਂ ਕੁੱਦਣ ਤੋਂ ਬਾਅਦ ਬਚ ਗਏ। ਇੱਕ ਰਿਪੋਰਟ ਅਨੁਸਾਰ ਜਿੰਦਾ ਬਚੇ ਕੁੱਤਿਆਂ ਵਿੱਚੋਂ ਕੁਝ ਦੁਬਾਰਾ ਫਿਰ ਇਸ ਜਗ੍ਹਾ 'ਤੇ ਆਪਣੀ ਜਾਨ ਦੇਣ ਲਈ ਆਏ। ਇਹ ਪੁਲ 50 ਫੁੱਟ ਦੀ ਉਚਾਈ 'ਤੇ ਹੈ ਅਤੇ ਇਸ ਦੇ ਹੇਠਾਂ ਪਥਰੀਲੀ ਜ਼ਮੀਨ ਮੌਜੂਦ ਹੈ। ਵਿਗਿਆਨੀਆਂ ਅਨੁਸਾਰ ਇਸ ਜਗ੍ਹਾ 'ਤੇ ਜ਼ਰੂਰ ਅਜਿਹਾ ਕੁਝ ਮੌਜੂਦ ਹੈ ਜੋ ਕਿ ਕੁੱਤਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਪਰ ਫਿਲਹਾਲ ਇਹ ਰਹੱਸ ਵਿਗਿਆਨੀਆਂ ਦੀ ਸਮਝ ਤੋਂ ਬਾਹਰ ਹੈ। ਇਸ ਲਈ ਸਕਾਟਲੈਂਡ ਸਰਕਾਰ ਦਾ ਡੌਗ ਓਨਰਸ ਲਈ ਇਹ ਸੁਝਾਅ ਹੈ, ਇਸ ਜਗ੍ਹਾ 'ਤੇ ਆਪਣੇ ਕੁੱਤਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਉਹਨਾਂ ਨੂੰ ਇਕੱਲੇ ਨਾ ਛੱਡਿਆ ਜਾਵੇ। ਨੰਬਰ 6, ਮਿਸਿੰਗ ਫਲਾਈਟ 370। ਦੋਸਤੋ, ਇਹ ਅਣਸੁਲਝੀ ਘਟਨਾ ਸਿਰਫ ਕੁਝ ਸਾਲ ਪਹਿਲਾਂ ਹੀ ਵਾਪਰੀ ਸੀ, ਜਿਸ ਬਾਰੇ ਤੁਸੀਂ ਸਭ ਨੇ ਜ਼ਰੂਰ ਸੁਣਿਆ ਹੋਵੇਗਾ। ਫਲਾਈਟ 370 ਦੇ ਗਾਇਬ ਹੋਣ ਦਾ ਅਣਸੁਲਝਿਆ ਰਹੱਸ। 8 ਮਾਰਚ 2014 ਨੂੰ ਮਲੇਸ਼ੀਅਨ ਏਅਰਲਾਈਨ ਦੇ ਜਹਾਜ਼ ਬੋਇੰਗ 777 ਨੇ ਮਲੇਸ਼ੀਆ ਤੋਂ ਚਾਈਨਾ ਲਈ ਉਡਾਨ ਭਰੀ, ਜਿਸ ਵਿੱਚ 239 ਯਾਤਰੀ ਅਤੇ ਕਰੂ ਮੈਂਬਰ ਮੌਜੂਦ ਸਨ। ਪਰ ਇਹ ਜਹਾਜ਼ ਫਿਰ ਕਦੇ ਵੀ ਦੁਬਾਰਾ ਲੈਂਡ ਨਹੀਂ ਹੋਇਆ। ਇਹ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਜਹਾਜ਼ ਇੱਕਦਮ ਹਵਾ ਵਿੱਚ ਗਾਇਬ ਹੋ ਗਿਆ।
ਕਿਉਂਕਿ ਕਈ ਦੇਸ਼ਾਂ ਦੁਆਰਾ ਚਲਾਏ ਗਏ ਸੰਯੁਕਤ ਖੋਜ ਅਭਿਆਨ ਤੋਂ ਬਾਅਦ ਵੀ ਇਸ ਘਟਨਾ ਦੀ ਸੱਚਾਈ ਬਾਰੇ ਪਤਾ ਨਹੀਂ ਲਗਾਇਆ ਜਾ ਸਕਿਆ। ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਦੁਆਰਾ ਵੀ ਸਿਰਫ ਇਹ ਕਿਹਾ ਗਿਆ ਕਿ ਫਲਾਈਟ 370 ਇੰਡੀਅਨ ਓਸ਼ੀਅਨ ਉੱਪਰ ਗਾਇਬ ਹੋਇਆ। ਇਸ ਤੋਂ ਇਲਾਵਾ ਹੋਰ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਘਟਨਾ ਬਾਰੇ ਕਈ ਅਨੁਮਾਨ ਲਗਾਏ ਜਾ ਰਹੇ ਹਨ, ਜਿਵੇਂ ਕਿ ਇਸ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਹੋਵੇਗਾ, ਜਾਂ ਇਸ ਦੇ ਸਾਰੇ ਕਰੂ ਮੈਂਬਰ ਵੱਲੋਂ ਸੁਸਾਈਡ ਕਰ ਲਿਆ ਗਿਆ ਹੋਵੇ, ਜਾਂ ਜਹਾਜ਼ ਵਿੱਚ ਅੱਗ ਲੱਗ ਗਈ ਹੋਵੇ, ਜਾਂ ਫਿਰ ਏਲੀਅਨਸ ਦੁਆਰਾ ਜਹਾਜ਼ ਉੱਪਰ ਹਮਲਾ ਕਰ ਦਿੱਤਾ ਗਿਆ ਹੋਵੇ। ਇਸ ਘਟਨਾ ਦੇ 7 ਸਾਲ ਬੀਤ ਜਾਣ ਦੇ ਬਾਅਦ ਅਤੇ $160 ਮਿਲੀਅਨ ਤੋਂ ਵੱਧ ਖਰਚ ਕੀਤੇ ਜਾਣ ਤੋਂ ਬਾਅਦ ਅਤੇ ਸਮੁੰਦਰ ਨੂੰ ਹਜ਼ਾਰਾਂ ਸਕੁਅਰ ਕਿਲੋਮੀਟਰ ਏਰੀਆ ਨੂੰ ਛਾਨਣ ਤੋਂ ਬਾਅਦ ਵੀ ਫਲਾਈਟ 370 ਅਤੇ ਇਸ ਵਿੱਚ ਮੌਜੂਦ 239 ਲੋਕਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਹ ਅੱਜ ਤੱਕ ਇੱਕ ਰਹੱਸ ਬਣਿਆ ਹੋਇਆ ਹੈ। ਸੋ ਦੋਸਤੋ, ਇਹ ਸਨ ਇਸ ਦੁਨੀਆ ਦੇ ਕੁਝ ਅਜੀਬੋ-ਗਰੀਬ ਅਤੇ ਅਣਸੁਲਝੇ ਰਹੱਸ ਜੋ ਕਿ ਅੱਜ ਤੱਕ ਪਹੇਲੀ ਬਣੇ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸ਼ਾਇਦ ਇਹ ਅਣਸੁਲਝੇ ਹੀ ਰਹਿਣਗੇ। ਦੋਸਤੋ, ਇਹਨਾਂ ਵਿੱਚੋਂ ਕਿਹੜਾ ਰਹੱਸ ਤੁਹਾਨੂੰ ਅਜੀਬ ਅਤੇ ਇੰਟਰਸਟਿੰਗ ਲੱਗਿਆ, ਕਮੈਂਟਸ ਕਰਕੇ ਜ਼ਰੂਰ ਦੱਸਣਾ। ਦੋਸਤੋ, ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਸਾਡੇ ਚੈਨਲ ਯੂਨੀਵਰਸਲ ਫੈਕਟਸ ਇਨ ਪੰਜਾਬੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਹੋਰਾਂ ਨਾਲ ਵੀ ਸ਼ੇਅਰ ਕਰਨਾ। ਧੰਨਵਾਦ ਦੋਸਤੋ, ਮਿਲਦੇ ਹਾਂ ਅਗਲੀ ਵੀਡੀਓ ਵਿੱਚ।